ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਆਪਾਂ ਅੱਜ ਜਿਸ ਤਰ੍ਹਾਂ ਗੱਲ ਅੱਗੇ ਵੀ ਆਪਾਂ ਤੁਹਾਨੂੰ ਪਹਿਲਾਂ ਵੱਖ-ਵੱਖ ਸੈਲੀਬ੍ਰਿਟੀਜ਼ ਹੋਰ ਹੁਨਰਮੰਦ ਨੌਜਵਾਨਾਂ ਨਾਲ ਮਿਲਾਉਂਦੇ ਰਹਿੰਦੇ ਹਾਂ ਤੇ ਅੱਜ ਆਪਾਂ ਗੱਲ ਕਰਦੇ ਹਾਂ ਸੁਖਮਨ ਸਿੰਘ ਖੜੌਦੀ ਨਾਲ, ਜਿਨ੍ਹਾਂ ਨੇ ਕਵਿਤਾ, ਕਹਾਣੀਆਂ, ਚਿੱਤਰਕਾਰੀ, ਨਾਟਕ, ਭੰਗੜਾ ਦੇ ਵਿੱਚ ਕਾਫੀ ਨਾਮਣਾ ਖੱਟਿਆ ਹੈ ਤੇ ਇਹਨਾਂ ਨੇ ਕਵਿਤਾ ਮੁਕਾਬਲੇ, ਭਾਸ਼ਣ ਮੁਕਾਬਲੇ, ਹੋਰ ਕਹਾਣੀਆਂ ਦੇ ਵਿੱਚ ਕਾਫੀ ਇਨਾਮ ਪ੍ਰਾਪਤ ਕੀਤੇ ਹਨ ਤੇ ਪਾਉਂਦੇ ਹਾਂ ਉਹਨਾਂ ਦੀ ਜ਼ਿੰਦਗੀ ਤੇ ਇੱਕ ਝਾਤ। ਗੱਲਬਾਤ ਕਰਦੇ ਹਾਂ ਸੁਖਮਨ ਸਿੰਘ ਖੜੌਦੀ ਨਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਾਂਜੀ ਸੁਖਮਨ ਸਿੰਘ ਜੀ, ਤੁਹਾਡੀ ਲੇਖਕ ਤੇ ਚਿੱਤਰਕਾਰੀ ਦੇ ਸ਼ੁਰੂਆਤ ਕਿਸ ਤਰ੍ਹਾਂ ਹੋਈ? ਤੁਹਾਨੂੰ ਇਹ ਚੇਟਕ ਕਿੱਥੋਂ ਲੱਗੀ? ਇਹ ਲੇਖਕ ਤੇ ਚਿੱਤਰਕਾਰੀ ਦੀ ਜਿਹੜੀ ਸ਼ੁਰੂਆਤ ਆ, ਸਭ ਤੋਂ ਪਹਿਲਾਂ ਤਾਂ ਮੈਂ ਚਿੱਤਰਕਾਰ ਦੇ ਨਾਂ ਨਾਲ ਜਾਣਨ ਲੱਗਾ ਜਦੋਂ ਮੇਰੀ ਪਹਿਲੀ ਕਿਤਾਬ ਪਹਿਲਾਂ ਤੂੰ ਸਕੂਲ ਚੱਲ ਬਤੌਰ ਚਿੱਤਰਕਾਰ ਛਪੀ। ਉਸ ਤੋਂ ਬਾਅਦ ਮੈਂ ਅਗਲੇ ਸਾਲ ਫਿਰ ਲਿਖਣਾ ਸ਼ੁਰੂ ਕੀਤਾ ਤੇ ਇਸ ਤੋਂ ਬਾਅਦ ਮੇਰੀ ਫਿਰ ਬਤੌਰ ਲੇਖਕ ਦੀ ਕਿਤਾਬ ਛਪੀ। ਇਸ ਤਰ੍ਹਾਂ ਮੇਰੀ ਲੇਖਕ ਤੇ ਚਿੱਤਰਕਾਰ ਵਜੋਂ ਸ਼ੁਰੂਆਤ ਹੋਈ। ਤੁਹਾਡੀ ਸਫ਼ਰ ਜ਼ਿੰਦਗੀ ਦਾ ਕਿਤਾਬ ਤੇ ਹੋਰ ਆਉਣ ਵਾਲੀਆਂ ਜਾਂ ਛਪ ਰਹੀਆਂ ਕਿਤਾਬਾਂ ਬਾਰੇ ਕੋਈ ਚਾਨਣਾ ਪਾਓ। ਹਾਂਜੀ, ਮੇਰੀ ਪਹਿਲੀ ਕਿਤਾਬ ਜਿਹੜੀ ਸੀ ਪਹਿਲਾਂ ਤੂੰ ਸਕੂਲ ਚੱਲ ਐਜ਼ ਅ ਚਿੱਤਰਕਾਰ ਛਪੀ ਤੇ ਉਸ ਤੋਂ ਬਾਅਦ ਮੇਰੀ ਇੱਕ ਕਿਤਾਬ ਸਫ਼ਰ ਜ਼ਿੰਦਗੀ ਦਾ ਮੈਂ ਲਿਖੀ। ਇਹ ਕਿਤਾਬ ਸਫ਼ਰ ਜ਼ਿੰਦਗੀ ਦਾ ਜਿਹੜੀ ਸੀ ਉਹ ਕਹਾਣੀ, ਮੈਂ ਆਪਣੀ ਕਹਾਣੀ ਲਿਖੀ, ਆਪਣੀ ਮਾਂ ਦੀ ਕਹਾਣੀ ਲਿਖੀ, ਇਸੇ ਕਰਕੇ ਇਸ ਦਾ ਨਾਂ ਵੀ ਸਫ਼ਰ ਜ਼ਿੰਦਗੀ ਦਾ ਰੱਖਿਆ। ਇਸ ਕਿਤਾਬ ਦੇ ਵਿੱਚ ਮੈਂ 5 ਕਹਾਣੀਆਂ, ਇੱਕ ਨਾਟਕ ਤੇ 4 ਕਵਿਤਾਵਾਂ ਲਿਖੀਆਂ ਤੇ ਇਹ ਸਾਰੀਆਂ ਕਹਾਣੀਆਂ ਤੇ ਕਵਿਤਾਵਾਂ ਔਰਤ ਦੇ ਪੱਖ ਵਿੱਚ ਲਿਖੀਆਂ ਗਈਆਂ ਨੇ ਤੇ ਇਸ ਤੋਂ ਇਲਾਵਾ ਮੇਰੀਆਂ ਬਹੁਤ ਸਾਰੀਆਂ ਕਿਤਾਬਾਂ, 10 ਕਿਤਾਬਾਂ ਦੇ ਵਿੱਚ ਮੈਂ ਚਿੱਤਰਕਾਰੀ ਕੀਤੀ ਆ ਤੇ ਮੇਰੀ ਇੱਕ ਨਵੀਂ ਕਿਤਾਬ ਦੁਨੀਆ ਦੇ ਰੰਗ, ਜਿਹਦੇ ਵਿੱਚ ਮੇਰੀਆਂ 4 ਕਹਾਣੀਆਂ ਤੇ ਬਾਕੀ 25-26 ਜਿਹੜੀਆਂ ਕਵਿਤਾਵਾਂ ਛਪੀਆਂ ਨੇ ਤੇ ਇਸ ਕਿਤਾਬ ਦਾ ਨਾਮ ਹੈ ਦੁਨੀਆ ਦੇ ਰੰਗ ਰੱਖਿਆ ਹੈ ਤੇ ਉਹ ਵੀ ਜਲਦ ਹੀ ਛਪ ਕੇ ਤੁਹਾਡੇ ਸਾਹਮਣੇ ਆਵੇਗੀ। ਤੇ ਇਸ ਤੋਂ ਇਲਾਵਾ ਮੈਂ 10 ਕਿਤਾਬਾਂ ਦੇ ਵਿੱਚ ਚਿੱਤਰਕਾਰੀ ਕਰ ਚੁੱਕਾ ਹਾਂ। ਜਿਹੜੀ ਮੇਰੀ ਨਵੀਂ ਕਿਤਾਬ ਆ ਰਹੀ ਆ ਉਸ ਦੇ ਵਿੱਚ ਮੈਂ ਡਿਜੀਟਲੀ ਕੰਮ ਕੀਤਾ। ਉਸ ਕਿਤਾਬ ਦੀ ਸਾਰੀ ਇਲਸਟ੍ਰੇਸ਼ਨ, ਉਹ ਕਿਤਾਬ ਸਾਰੀ ਡਿਜ਼ਾਈਨ ਮੇਰੇ ਵੱਲੋਂ ਕੀਤੀ ਗਈ ਆ ਤੇ ਇਸ ਤੋਂ ਪਹਿਲਾਂ ਮੇਰੀ ਇਹ ਕਿਤਾਬ ਚਿੜੀ ਪਰੌਣੀ ਦੇ ਵਿੱਚ ਮੈਂ ਚਿੱਤਰਕਾਰੀ ਕੀਤੀ ਸੀ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਕਿਤਾਬਾਂ ਨੇ ਜੋ ਮੇਰੇ ਵੱਲੋਂ ਡਿਜ਼ਾਈਨ ਕੀਤੀਆਂ ਗਈਆਂ ਨੇ ਤੇ ਚਿੱਤਰਕਾਰੀ ਕੀਤੀ ਗਈ ਆ। ਸੁਖਮਨ ਸਿੰਘ ਜੀ, ਤੁਸੀਂ ਕਿਸ ਮਾਧਿਅਮ ਵਿੱਚ ਪੜ੍ਹਾਈ ਕਰ ਰਹੇ ਹੋ ਤੇ ਕਿੱਥੋਂ ਤੱਕ ਪੜ੍ਹਾਈ ਤੁਹਾਡੀ ਕੰਪਲੀਟ ਹੋ ਚੁੱਕੀ ਹੈ? ਮੈਂ ਪਿਛਲੇ ਸਾਲ +2 ਖਾਲਸਾ ਕਾਲਜ ਜਮਾਲਪੁਰ ਤੋਂ ਕੀਤੀ ਤੇ ਮੈਂ 10ਵੀਂ ਕਲਾਸ ਆ ਉਹ ਗੁਰੂ ਨਾਨਕ ਪਬਲਿਕ ਸਕੂਲ ਮਾਲਪੁਰ ਤੋਂ ਕੀਤੀ ਆ ਤੇ ਹੁਣ ਮੈਂ APJ ਕਾਲਜ ਆਫ ਫਾਈਨ ਆਰਟਸ ਜਲੰਧਰ ਵਿੱਚ ਪੜ੍ਹ ਰਿਹਾ ਹਾਂ। ਹੁਣ ਮੈਂ APJ ਕਾਲਜ ਦੇ ਵਿੱਚ BDM ਬੈਚਲਰਸ ਆਫ ਡਿਜ਼ਾਈਨ ਮਲਟੀਮੀਡੀਆ ਕਰ ਰਿਹਾ। ਇਸ ਦੇ ਵਿੱਚ ਬਹੁਤ ਸਾਰੇ ਸਬਜੈਕਟਸ ਨੇ, ਜਿਵੇਂ ਗ੍ਰਾਫਿਕ ਡਿਜ਼ਾਈਨਿੰਗ ਆ, ਸਕਲਪਚਰ ਆ, ਫੋਟੋਗ੍ਰਾਫੀ ਆ, ਇਸ ਤੋਂ ਇਲਾਵਾ 3D 2D ਵਰਕ, ਹੋਰ ਕਾਫੀ ਖੇਤਰਾਂ ਦੇ ਵਿੱਚ ਮਤਲਬ ਕਾਫੀ ਚੁਆਇਸ ਨੇ। ਬਹੁਤ ਕਰੀਅਰ ਬ੍ਰਾਈਟ ਦਿਸਦਾ ਵਾ ਤੇ ਮੈਂ ਆਪਣੀ ਸਟੱਡੀ ਨੂੰ ਲੈ ਕੇ ਅੱਗੇ ਵਧ ਰਿਹਾ ਵਾਂ ਤੇ ਉਮੀਦ ਆ ਕਿ ਮੈਂ ਕਾਮਯਾਬ ਹੋਵਾਂਗਾ। ਹਰ ਇਨਸਾਨ ਦੀ ਕਾਮਯਾਬੀ ਦੇ ਪਿੱਛੇ ਕਿਸੇ ਨਾ ਕਿਸੇ ਦਾ ਹੱਥ ਹੁੰਦਾ ਹੈ। ਤੁਸੀਂ ਆਪਣੀ ਕਾਮਯਾਬੀ ਦੇ ਪਿੱਛੇ ਕਿਹਨਾਂ ਦਾ ਸਹਿਯੋਗ ਮੰਨਦੇ ਹੋ? ਮੇਰੀ ਜ਼ਿੰਦਗੀ ਦੀ ਇਸ ਕਾਮਯਾਬੀ ਪਿੱਛੇ ਇੱਕ ਇਨਸਾਨ ਦਾ ਹੱਥ ਨਹੀਂ ਬਲਕਿ ਬਹੁਤ ਜਾਣਿਆਂ ਦਾ ਹੱਥ ਆ। ਜਦੋਂ ਪਹਿਲਾਂ ਤਾਂ ਮੇਰੇ ਜ਼ਿੰਦਗੀ ਬੜੀ ਹੀ ਸੈਕਰੀਫਾਈਸ ਵਾਲੀ ਰਹੀ ਆ। ਮੈਂ ਤੇ ਮੇਰੀ ਮਾਂ ਨੇ ਬਹੁਤ ਸੈਕਰੀਫਾਈਸ ਕੀਤਾ ਤੇ ਮੇਰੀ ਮਾਂ ਨੇ ਮੈਨੂੰ ਬਹੁਤ ਹੌਸਲੇ ਦਿੱਤੇ ਨੇ। ਤਾਂ ਪਹਿਲਾ ਯੋਗਦਾਨ ਤਾਂ ਮੇਰੀ ਮਾਂ ਦਾ, ਜਿਹਨੇ ਮੇਰਾ ਹਰੇਕ ਥਾਂ ਤੇ ਹਰੇਕ ਜੋ ਮੈਂ ਕਰਨਾ ਚਾਹਿਆ ਮੇਰੀ ਮਾਂ ਨੇ ਮੇਰਾ ਸਾਥ ਦਿੱਤਾ। ਜਦੋਂ ਮੈਂ ਕਹਿੰਦੇ ਹੁੰਦੇ ਆ ਕਿ ਇੱਕ ਪੱਥਰ ਆ ਤੇ ਉਹਦਾ ਮੁੱਲ ਉਨਾ ਚਿਰ ਨਹੀਂ ਪੈਂਦਾ ਜਿੰਨਾ ਚਿਰ ਉਹਨੂੰ ਤਰਾਸ਼ਿਆ ਨਾ ਜਾਵੇ। ਜਦੋਂ ਮੈਂ ਇੱਕ ਪੱਥਰ ਸੀ, ਜਦੋਂ ਆਪਣੇ ਘਰ ਵਿੱਚ ਸੀ ਤੇ ਉਸ ਪੱਥਰ ਨੂੰ ਮੇਰੇ ਮਾਂ ਨੇ ਸਕੂਲ ਕਾਲਜਾਂ ਵਿੱਚ ਦੇ ਦਿੱਤਾ ਤਰਾਸ਼ਣ ਵਾਸਤੇ ਤੇ ਟੀਚਰਾਂ ਨੇ ਮੈਨੂੰ ਤਰਾਸ਼ਿਆ। ਮੇਰੇ ਅਧਿਆਪਕ ਪ੍ਰੋਫੈਸਰ ਅਤੇ ਕਹਾਣੀਕਾਰ ਬਲਵੀਰ ਕੌਰ ਰਹਿਲ ਮੈਮ ਨੇ ਮੈਨੂੰ ਇਸ ਸਾਹਿਤ ਦੇ ਖੇਤਰ ਵੱਲੋਂ ਮੈਨੂੰ ਲਾਇਆ। ਉਹਨਾਂ ਦੇ ਜਦੋਂ ਮੈਂ ਇੱਕ ਵਾਰ ਜਦੋਂ ਕਾਲਜ ਵਿੱਚ ਲੱਗਾ +1 ਦੇ ਵਿੱਚ, ਤਾਂ ਸਾਡੀ ਕਲਾਸ ਲੱਗੀ ਹੋਈ ਸੀ। ਤਾਂ ਜਦੋਂ ਜੂਨ ਜੁਲਾਈ ਦੀਆਂ ਛੁੱਟੀਆਂ ਹੁੰਦੀਆਂ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮਤਲਬ ਕਿ ਛੁੱਟੀਆਂ ਦੇ ਵਿੱਚ ਆਪਣੀ ਪੜ੍ਹਾਈ ਨਾਲੋਂ ਵੱਖ ਕੰਮ ਕਰਕੇ ਆਉਣਾ
ਤੇ ਜਦੋਂ ਮੈਂ ਛੁੱਟੀਆਂ ਹੋ ਗਈਆਂ ਜੂਨ ਜੁਲਾਈ ਦੀਆਂ, ਅਸੀਂ ਘਰ ਆ ਗਏ। ਤੇ ਘਰ ਜਦੋਂ ਮੈਨੂੰ ਘਰ ਆਦਤ ਹੁੰਦੀ ਸੀ, ਜਦੋਂ ਮੈਂ ਵਿਹਲਾ ਹੁੰਦਾ ਨਾ ਤੇ ਮੈਂ ਚਿੱਤਰਕਾਰੀ ਕਰਦਾ ਹੁੰਦਾ ਸੀ। ਤੇ ਉਹ ਚਿੱਤਰਕਾਰੀ ਜਿਹੜੀ ਮੈਂ ਕੀਤੀ, ਉਹ ਛੁੱਟੀਆਂ ਤੋਂ ਬਾਅਦ ਮੈਂ ਆਪਣੇ ਕਾਲਜ ਲੈ ਗਿਆ। ਤੇ ਜਦੋਂ ਮੈਮ ਨੇ ਪੁੱਛਿਆ ਕਿ ਤੁਸੀਂ ਕੀ ਵੱਖਰਾ ਕੰਮ ਕਰਕੇ ਆਏ ਆ, ਤੇ ਮੈਂ ਆਪਣੀਆਂ ਜਿਹੜੀਆਂ ਕੀਤੀਆਂ ਹੋਈਆਂ ਚਿੱਤਰਕਾਰੀ ਸੀਗੀ, ਸਾਰੀ ਤਸਵੀਰਾਂ, ਉਹ ਮੈਂ ਆਪਣੇ ਅਧਿਆਪਕ ਨੂੰ ਦਿਖਾਈਆਂ। ਤੇ ਮੈਮ ਨੇ ਜਦੋਂ ਮੇਰੀਆਂ ਚਿੱਤਰਕਾਰੀਆਂ ਦੇਖੀਆਂ ਤਾਂ ਉਹਨਾਂ ਨੇ 1-2 ਦਿਨਾਂ ਵਿੱਚ ਇੱਕ ਮੇਰੇ ਵਾਸਤੇ ਖਰੜਾ ਮੰਗਵਾਇਆ ਪਟਿਆਲੇ ਤੋਂ। ਜਸਪ੍ਰੀਤ ਗੰਡੂਆ ਦੇ ਲੇਖਕ ਸੀ, ਉਹਨਾਂ ਦੀਆਂ ਕਵਿਤਾਵਾਂ ਲਿਖੀਆਂ ਹੋਈਆਂ ਸੀ। ਤੇ ਉਹ ਜਿਹੜਾ ਕਵਿਤਾਵਾਂ ਸੀ ਮੈਨੂੰ ਉਹਨਾਂ ਨੇ ਮੰਗਵਾ ਕੇ ਪਾਰਸਲ ਦਿੱਤਾ। ਤੇ ਉਹ ਕਹਿੰਦੇ ਕਿ ਤੂੰ ਇਹ ਕਵਿਤਾਵਾਂ ਪੜ੍ਹ ਤੇ ਇਹਨਾਂ ਨੂੰ ਪੜ੍ਹ ਕੇ ਇਹਦੇ ਉੱਤੇ ਚਿੱਤਰਕਾਰੀ ਕਰ। ਤੇ ਮੈਂ ਉਹ ਘਰ ਲੈ ਆਇਆ ਤੇ ਫਿਰ ਮੈਂ ਉਹਨਾਂ ਦੀ ਬਣਾਈਆਂ, ਉਹਨਾਂ ਤੋਂ ਥੋੜੀ ਜਾਣਕਾਰੀ ਲਈ ਕਿੱਦਾਂ ਕੰਮ ਕੀਤਾ ਜਾਂਦਾ, ਤੇ ਉਹਨਾਂ ਨੇ ਬੜਾ ਸਾਥ ਦਿੱਤਾ। ਤੇ ਮੈਂ ਉਸ ਕਿਤਾਬ ਦੇ ਉੱਤੇ ਫਿਰ ਕੰਮ ਕੀਤਾ ਤੇ ਮੇਰੀ ਇਹ ਪਹਿਲੀ ਕਿਤਾਬ ਜਿਹੜੀ ਆ ਫਿਰ ਛਪੀ, ਪਹਿਲਾਂ ਤੂੰ ਸਕੂਲ ਚੱਲ। ਤੇ ਜਿਹੜੇ ਮੇਰੇ ਕਾਲਜ ਵਿੱਚ ਵੀ ਮੈਂ ਨਹੀਂ ਪੜ੍ਹ ਸਕਦਾ ਸੀ, ਕਿਉਂਕਿ ਜਿਹੜੀ ਮੇਰੇ ਨਾਨਕੇ ਆ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ। ਮੇਰੀ ਸਾਰੀ ਪੜ੍ਹਾਈ ਜਿਹੜੀ ਆ, ਮੇਰੇ ਜਿਹੜਾ ਵੀ ਖਰਚ ਆ, ਉਹ ਸਾਰੇ ਮੇਰੇ ਨਾਨਕੇ ਚੱਕ ਰਹੇ ਨੇ, ਮੇਰੇ ਨਾਨਾ ਨਾਨੀ ਚੱਕ ਰਹੇ ਨੇ। ਤਾਂ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਇਹਨਾਂ ਦੇ ਸੰਯੋਗ ਨਾਲ ਹੀ ਮੈਂ ਇੱਥੇ ਤੱਕ ਪਹੁੰਚਿਆ ਹਾਂ। ਕੋਈ ਆਪਣੀਆਂ ਰਚਨਾਵਾਂ ਬਾਰੇ ਸੁਣਾਓ, ਕੁਝ ਜਾਣਨਾ ਪਾ। ਇੱਕ ਜਿਵੇਂ ਕਿ ਪਹਿਲਾਂ ਜ਼ਮਾਨੇ ਹੁੰਦੇ ਸੀ, ਜਿੱਦਾਂ ਕਿ ਮੈਨੂੰ ਆਦਤ ਆ ਕਿ ਮੈਂ ਰਾਹ ਦੇ ਵਿੱਚ ਤੁਰਿਆ ਜਾਂਦਾ। ਮੇਰਾ ਇੱਕ ਸਬਜੈਕਟ ਵੀ ਆ ਪੜ੍ਹਾਈ ਦਾ, ਫੋਟੋਗ੍ਰਾਫੀ, ਇਸ ਕਰਕੇ ਵੀ ਥੋੜਾ ਮੇਰਾ ਧਿਆਨ ਰਹਿੰਦਾ ਕਿ ਮੈਂ ਰਾਹ ਦੇ ਵਿੱਚ ਫੋਟੋਆਂ ਖਿੱਚਦਾ, ਜਿਹੜੀ ਮੈਨੂੰ ਚੀਜ਼ ਸੋਹਣੀ ਲੱਗੇ, ਆਕਰਸ਼ਿਤ ਕਰੇ। ਤਾਂ ਇੱਕ ਵਾਰ ਮੈਂ ਰਾਸਤੇ ਚ ਆ ਰਿਹਾ ਸੀ, ਇੱਕ ਸੁੰਨੀ ਜਿਹੀ ਗਲੀ ਸੀ, ਟੁੱਟਾ ਜਿਹਾ ਘਰ ਸੀ ਪੁਰਾਣਾ, ਜਿੱਦਾਂ ਸਿੱਖਾਂ ਦੇ ਹੁੰਦੇ ਨਾ, ਤੇ ਉਹਦੀ ਮੈਂ ਫੋਟੋ ਖਿੱਚੀ। ਤਾਂ ਫੋਟੋ ਖਿੱਚ ਕੇ ਮੈਂ ਆ ਕੇ ਘਰ ਜਦੋਂ ਉਸ ਫੋਟੋ ਨੂੰ ਦੇਖਿਆ ਤੇ ਮੇਰੇ ਮਨ ਵਿੱਚ ਕੁਝ ਖਿਆਲ ਆਏ। ਤਾਂ ਉਹ ਖਿਆਲਾਂ ਨੂੰ ਫਿਰ ਮੈਂ ਲਿਖਿਆ ਇਸ ਤਰ੍ਹਾਂ। ਇੱਕ ਜ਼ਮਾਨੇ ਵਿੱਚ ਇਹਨਾਂ ਸੁੰਨੇ ਰਾਹਾਂ ਦੀ ਰੌਣਕ ਚੰਗੀ ਲੱਗਦੀ ਸੀ। ਇੱਕ ਜ਼ਮਾਨੇ 'ਚ ਇਹਨਾਂ ਸੁੰਨੇ ਰਾਹਾਂ ਦੀ ਰੌਣਕ ਚੰਗੀ ਲੱਗਦੀ ਸੀ। ਉਹ ਸਿੱਖਾਂ ਵਾਲੀ ਤਾਕੀ ਦੀ ਮਾਸੂਮੀਅਤ ਚੰਗੀ ਲੱਗਦੀ ਸੀ। ਕੀ ਖੱਟਿਆ ਵੇ ਸੱਜਣਾ ਤੂੰ ਸੋਚ ਜਵਾਨ ਕਰਕੇ, ਕੀ ਖੱਟਿਆ ਵੇ ਸੱਜਣਾ ਸੋਚ ਜਵਾਨ ਕਰਕੇ, ਸਭ ਕੁਝ ਹੀ ਗਵਾ ਬੈਠਾ ਏ। ਉੱਚੇ ਲੈਂਟਰਾਂ ਨਾਲ ਪੱਕੇ ਤੈ ਮਕਾਨ ਕਰ ਲਏ, ਪਰ ਕੱਚੇ ਰਿਸ਼ਤੇ ਦਿਲਾਂ ਦੇ ਕਰ ਬੈਠਾ ਏ, ਪਰ ਕੱਚੇ ਰਿਸ਼ਤੇ ਦਿਲਾਂ ਦੇ ਕਰ ਬੈਠਾ ਏ। ਕੱਚੇ ਕੋਠੇ ਸੀ ਹੁੰਦੇ ਤੇ ਇੱਕ ਵਿਹੜਾ ਹੁੰਦਾ ਸੀ, ਇੱਕੋ ਵਿਹੜੇ ਵਿੱਚ ਡਾਹ ਕੇ ਮੰਜੇ ਸਾਰਾ ਟੱਬਰ ਸੌਂਦਾ ਸੀ। ਕੀ ਖੱਟਿਆ ਵੇ ਸੱਜਣਾ ਵਿਹੜੇ ਵਿੱਚ ਕੰਧ ਪਾ ਕੇ, ਸਭ ਕੁਝ ਹੀ ਗਵਾ ਬੈਠਾ ਏ। ਕੱਚਿਆਂ ਤੋਂ ਪੱਕੇ ਮਕਾਨ ਕਰਦਾ, ਗਿਣਤੀ ਕਰ ਮਾਵਾਂ ਦੇ ਪੁੱਤਰਾਂ ਦੀ, ਘਰ ਇੱਕ ਤੋਂ 4 ਕਰ ਬੈਠਾ ਏ, ਘਰ ਇੱਕ ਤੋਂ 4 ਕਰ ਬੈਠਾ ਏ। ਠੀਕ ਹੈ, ਬਹੁਤ ਵਧੀਆ। ਕੋਈ ਅੱਜ ਦੇ ਹਾਲਾਤਾਂ ਬਾਰੇ ਜੋ ਕੁਝ ਹੈ, ਕੁਝ ਲਿਖਿਆ ਤਾਂ ਉਹ ਜ਼ਰੂਰ ਸੁਣਾਓ। ਹਾਂਜੀ, ਜਿੱਦਾਂ ਕਿ ਕਰੋਨਾ ਵਾਇਰਸ ਦੇ ਦਿਨ ਚੱਲ ਰਹੇ ਆ, ਕਿ ਇਸ ਬਿਮਾਰੀ ਨੇ ਬਹੁਤ ਹੀ, ਇਸ ਮਹਾਮਾਰੀ ਨੇ ਲੋਕਾਂ ਨੂੰ ਤੰਗ ਕੀਤਾ। ਤੇ ਕਾਫੀ ਦਿਨਾਂ ਤੋਂ ਖਬਰਾਂ ਸੁਣ ਰਹੇ ਸੀ, ਮਜ਼ਦੂਰਾਂ ਦੀਆਂ ਗੱਲਾਂ ਆ ਰਹੀਆਂ ਸੀ ਕਿ ਮਜ਼ਦੂਰ ਜਿਹੜੇ ਆ ਪੰਜਾਬ ਨੂੰ ਛੱਡ ਕੇ ਆਪਣੇ ਦੇਸ਼ ਵੱਲ ਨੂੰ ਤੁਰ ਪਏ, ਆਪਣੇ ਘਰਾਂ ਨੂੰ ਤੁਰ ਪਏ। ਤਾਂ ਉਹ ਖਬਰਾਂ 3-4 ਦਿਨਾਂ ਤੋਂ ਸੁਣ ਰਿਹਾ ਸੀ, ਤਾਂ ਕੁਝ ਖਿਆਲ ਮੇਰੇ ਵੀ ਜਾਗੇ ਉਹਨਾਂ ਨੂੰ ਦੇਖ ਕੇ। ਤਾਂ ਉਹਨਾਂ ਦੇ ਇੱਕ ਮਜ਼ਦੂਰ ਨੂੰ ਮੈਂ ਮਹਿਸੂਸ ਕਰਕੇ ਜੋ ਲਿਖਿਆ ਉਹ ਸੁਣਾਵਾਂਗਾ। ਇੱਕ ਮਜ਼ਦੂਰ ਆਪਦਾ ਕਹਿੰਦਾ, ਮਜ਼ਦੂਰੀ ਕਰਦਾ ਸੀ ਤਾਂ ਸੀ ਟੱਬਰ ਪਲਦਾ, ਮਜ਼ਦੂਰੀ ਕਰਦਾ ਸੀ ਤਾਂ ਸੀ ਟੱਬਰ ਪਲਦਾ, ਪਰ ਜਦ ਤੋਂ ਆਇਆ ਵਕਤ ਕਰੋਨਾ ਦਾ, ਹੁਣ ਸਾਰ ਕੋਈ ਪੁੱਛਦਾ ਨਹੀਂ ਸਾਡੀ ਲੰਘਦਾ ਵੜਦਾ, ਹੁਣ ਸਾਰ ਕੋਈ ਪੁੱਛਦਾ ਨਹੀਂ ਸਾਡੀ ਲੰਘਦਾ ਵੜਦਾ। ਲੋਕਡਾਊਨ ਹੋ ਗਿਆ ਕੋਈ ਕੰਮ ਨਹੀਂ ਕਰਦਾ, ਅਸੀਂ ਝੂਠ ਨਹੀਂ ਬੋਲਦੇ, ਸਾਡਾ ਦੁੱਖ ਤਾਂ ਸਾਡਾ ਚਿਹਰਾ ਵੀ ਦੱਸਦਾ। ਜਿਸ ਢਿੱਡ ਲਈ ਸੀ ਆਇਆ, ਜਿਸ ਢਿੱਡ ਲਈ ਸੀ ਆਇਆ, ਅੱਜ ਉਹੀ ਢਿੱਡ ਮੈਨੂੰ ਗਾਲਾਂ ਕੱਢਦਾ। ਕਰੋਨਾ ਦੇ ਇਸ ਕਹਿਰ ਨੇ ਹਰ ਗਰੀਬ ਦਾ ਜਲੂਸ ਕੱਢਤਾ। ਕੱਲ ਦੀ ਰਾਤ ਤਾਂ ਨਿਕਲ ਗਈ, ਕੱਲ ਦੀ ਰਾਤ ਤਾਂ ਨਿਕਲ ਗਈ, ਪਰ ਸਵੇਰ ਦੀ ਭੁੱਖ ਨੇ ਸੀ ਔਖਾ ਕਰਤਾ। ਜਦ ਵੇਖੇ ਨਾ ਗਏ ਭੁੱਖ ਨਾਲ ਵਿਲਕਦੇ ਬੱਚੇ, ਫਿਰ ਕਈਆਂ ਨੇ ਤਾਂ ਖੁਦ ਨੂੰ ਵੱਢਤਾ। ਥੱਕ ਹਾਰ ਮੈਂ ਲੰਬੇ ਰਾਹ ਚੁਣ ਲਏ, ਥੱਕ ਹਾਰ ਮੈਂ ਲੰਬੇ ਰਾਹ ਚੁਣ ਲਏ, ਫਿਰ ਟੁੱਟੀ ਚੱਪਲ ਨੇ ਵੀ ਮੇਰਾ ਸਾਥ ਛੱਡਤਾ। ਤਕਲੀਫ ਮਜ਼ਦੂਰਾਂ ਦੀ ਦੱਸ ਰਿਹਾ ਹੈ, ਉਹਨਾਂ ਦੇ ਪੈਰਾਂ ਚੋਂ ਜੋ ਲਹੂ ਵਗਦਾ।
ਇਹਨਾਂ ਤਕਲੀਫਾਂ ਤੋਂ ਉੱਚਾ ਉੱਠ ਕੇ ਘਰ ਜਾਣ ਲਈ ਪਰਮਾਤਮਾ ਅੱਗੇ ਮੈਂ ਤਰਲੇ ਕਰਦਾ। ਘਰ ਜਾਣ ਦੇ ਚਾਅ ਵਿੱਚ ਕਦੇ ਮੈਂ ਤੁਰਦਾ ਤੇ ਕਦੇ ਮੈਂ ਭੱਜਦਾ। ਤੁਰਦਾ ਤੁਰਦਾ ਇਹਨਾਂ ਰਾਹਾਂ ਦੇ ਵਿੱਚ ਜੇ ਮੈਂ ਮਿੱਟੀ ਹੋ ਗਿਆ, ਫਿਰ ਖੁਆਇਸ਼ ਆਖਰੀ ਇੱਕ ਖਾਸ ਮੈਂ ਰੱਖਦਾ। ਰੋਲਿਓ ਨਾ ਮੇਰੀ ਲਾਸ਼ ਨੂੰ, ਇੱਕ ਕਫਨ ਪਾ ਦਿਓ ਚੱਜ ਦਾ, ਮੇਰੇ ਇੱਕ ਕਫਨ ਪਾ ਦਿਓ ਚੱਜ ਦਾ। ਬਹੁਤ ਡੂੰਘਾ ਦਰਦ ਬਿਆਨ ਕੀਤਾ ਤੁਸੀਂ ਆਪਣੀ ਕਵਿਤਾ ਦੇ ਵਿੱਚ ਮਜ਼ਦੂਰ ਨੂੰ ਲੈ ਕੇ, ਅੱਜ ਦੇ ਹਾਲਾਤਾਂ ਦੇ ਬਾਰੇ। ਤੇ ਚਲੋ ਆਪਾਂ ਅੱਗੇ ਗੱਲ ਤੋਰਦੇ ਹਾਂ ਵੀ ਤੁਹਾਨੂੰ ਕਿਹਨਾਂ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਮੇਰੀ ਜਿਹੜੀ ਇਹ ਕਿਤਾਬ ਛਪੀ ਪਹਿਲੀ ਸਫਰ ਜ਼ਿੰਦਗੀ ਦਾ, ਇਸ ਕਿਤਾਬ ਨੂੰ ਪਟਿਆਲੇ ਤੋਂ ਤਾਰੇ ਭਲਕਦੇ ਪ੍ਰਤਿਭਾ ਮੰਚ ਵੱਲੋਂ ਤਾਰੇ ਭਲਕਦੇ ਸਰਬੋਤਮ ਪੁਰਸਕਾਰ 2019 ਮਿਲ ਚੁੱਕਾ ਹੈ। ਤੇ ਇਸ ਤੋਂ ਇਲਾਵਾ ਨਿੱਕੀਆਂ ਕਰੂੰਬਲਾਂ ਵੱਲੋਂ ਮਾਤਾ ਭਜਨ ਕੌਰ ਨਿੱਕੀਆਂ ਕਰੂੰਬਲਾਂ ਸਿਲਵਰ ਜੂਬਲੀ ਅਵਾਰਡ ਜਿਹੜਾ ਵਾ ਉਹ ਵੀ ਜਿੱਤਿਆ ਇਸਨੇ। ਤੇ ਇਸ ਤੋਂ ਇਲਾਵਾ ਮੈਨੂੰ ਸਾਡੇ ਪਿੰਡ ਦੀ ਨੌਜਵਾਨ ਸਭਾ ਵੱਲੋਂ ਵੀ ਸਨਮਾਨਿਤ ਕੀਤਾ ਹੋਇਆ ਹੈ। ਤੇ ਇਸ ਤੋਂ ਇਲਾਵਾ ਮੈਂ ਬਹੁਤ ਸਾਰੇ ਹੋਰ ਵੀ ਇਨਾਮ ਜਿੱਤੇ ਨੇ। ਤੇ ਅੱਜ ਦੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਜਿਹੜੀ ਅੱਜ ਦੇ ਨੌਜਵਾਨ ਜਾਂ ਕੋਈ ਵੀ ਲੈ ਲਓ ਤੁਸੀਂ, ਹੈ ਨਾ, ਤੇ ਉਹ ਕੀ ਆ ਕਿ ਅਸੀਂ ਆਪਣੀ ਜ਼ਿੰਦਗੀ 'ਚ ਕੋਈ ਨਾ, ਹਰ ਕੋਈ ਆਪਣੀ ਮੰਜ਼ਿਲ ਨੂੰ ਪਾਉਣਾ ਚਾਹੁੰਦਾ ਤੇ ਹਰ ਕੋਈ ਕੀ ਸੋਚਦਾ ਕਿ ਮੈਂ ਆਹ ਕਰੂੰਗਾ, ਮੈਂ ਉਹ ਕਰੂੰਗਾ। ਪਰ ਮੇਰੀ ਜ਼ਿੰਦਗੀ 'ਚ ਮੈਨੂੰ ਇੱਥੇ ਤੱਕ ਪਹੁੰਚਾਉਣ ਲਈ ਇੱਕ ਉਦਾਹਰਨ ਮੇਰੀ ਮਾਂ ਦੀ ਦਿੱਤੀ ਹੋਈ ਮੇਰੇ ਬੜੀ ਕੰਮ ਆਈ ਆ। ਮੈਂ ਉਹ ਦੱਸਣਾ ਚਾਹੂੰਗਾ ਕਿਉਂਕਿ ਸ਼ਾਇਦ ਉਹ ਉਦਾਹਰਨ ਕਿਸੇ ਹੋਰ ਦੇ ਵੀ ਕੰਮ ਆਵੇ। ਤੇ ਉਹ ਮੇਰੀ ਮਦਰ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਤੂੰ ਥੱਲੇ ਖੜਾ ਜ਼ਮੀਨ ਤੇ ਤੂੰ ਛੱਤ ਤੇ ਜਾਣਾ ਵਾ, ਤੇ ਛੱਤ ਤੇ ਜਾਣ ਲਈ ਤੂੰ ਮੈਨੂੰ ਥੱਲੇ ਖੜਾ ਕਹਿ ਰਿਹਾ ਵਾ ਕਿ ਮੰਮੀ ਮੈਂ ਛੱਤ ਤੇ ਜਾਣਾ, ਮੰਮੀ ਮੈਂ ਛੱਤ ਤੇ ਜਾਣਾ। ਪਰ ਮੰਮੀ ਕਹਿੰਦੀ ਤੂੰ ਛੱਤ ਤੇ ਪਹੁੰਚਿਆ ਨਹੀਂ, ਤੂੰ ਥੱਲੇ ਖੜਾ ਕਹੀ ਜਾਂਦਾ ਕਿ ਮੈਂ ਛੱਤ ਤੇ ਜਾਣਾ, ਮੈਂ ਛੱਤ ਤੇ ਜਾਣਾ। ਛੱਤ ਤੇ ਜਾਣ ਵਾਸਤੇ ਤੈਨੂੰ ਉੱਥੋਂ ਆਪਣੇ ਕਦਮ ਪੌੜੀਆਂ ਵੱਲ ਨੂੰ ਤੋਰਨੇ ਪੈਣੇ ਆ। ਤੇ ਜਦੋਂ ਤੂੰ ਪੌੜੀਆਂ ਦੇ ਕੋਲ ਪਹੁੰਚੂਗਾ ਫਿਰ ਤੈਨੂੰ ਆਪਣੇ ਕਦਮ ਪੌੜੀਆਂ ਦੇ ਪੌਡਿਆਂ ਉੱਤੇ ਧਰਨੇ ਪੈਣੇ ਆ। ਜਦੋਂ ਤੂੰ ਹੌਲੀ ਹੌਲੀ ਇੱਕ ਪੌਡਾ ਚੜੂਗਾ ਫਿਰ ਇੱਕ ਨਾ ਇੱਕ ਦਿਨ ਤੂੰ ਆਪਣੀ ਮੰਜ਼ਿਲ, ਆਪਣੀ ਛੱਤ ਤੇ ਜ਼ਰੂਰ ਪਹੁੰਚੂਗਾ। ਤੇ ਇਹੀ ਸੰਦੇਸ਼ ਦੇਣਾ ਚਾਹੁੰਦਾ, ਜੇ ਤੁਸੀਂ ਕੁਝ ਸੋਚਦੇ ਆ ਕਿ ਮੈਂ ਆਹ ਕਰਨਾ, ਮੈਂ ਉਹ ਕਰਨਾ, ਤਾਂ ਸਿਰਫ ਸੋਚ ਕੇ ਕੁਝ ਨਹੀਂ ਹੋਣਾ, ਉਹਨੂੰ ਉਸੇ ਵੇਲੇ ਉਸ ਵੱਲ ਨੂੰ ਕਰਨ ਲੱਗ ਜਾਓ। ਤੇ ਜਦੋਂ ਤੁਸੀਂ ਉਸ ਚੀਜ਼ ਨੂੰ ਉਹਦੇ ਪ੍ਰੈਕਟੀਕਲ ਕਰੋਗੇ ਨਾ ਤੇ ਆਪਣੇ ਆਪ ਸਭ ਕੁਝ ਹੁੰਦਾ ਜਾਊਗਾ, ਤੁਸੀਂ ਆਪਣੀ ਮੰਜ਼ਿਲ ਨੂੰ ਆਸਾਨੀ ਨਾਲ ਪਾ ਲਓਗੇ। ਸੁਖਮਨ ਸਿੰਘ ਜੀ, ਸਾਂਝ ਨਿਊਜ਼ ਨਾਲ ਆਪਣੇ ਤੁਸੀਂ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ।